हाँ जी गौरव जी, मैं बेनती करनी चाहना है कि ਇਹੋ ਹੀ ਗੱਲ ਵਹੀ ਕਹਿ ਰਿਹਾ ਜਿਸ ਤਰ੍ਹਾਂ ਪਹਿਲਾਂ ਇਲੈਕਸ਼ਨਾਂ ਦੀ ਗੱਲ ਨਿਜ਼ਾਮੀਆਂ ਸਾਹਿਬ ਨੇ ਕਹੀ ਹੈ। ਅਸੀਂ ਕਹਿੰਦੇ ਇਲੈਕਸ਼ਨ ਹੋਵੇ ਔਰ ਸਾਰੇ ਸਿੰਘ ਜਿਹੜੇ ਉਹ ਇਲੈਕਸ਼ਨਾਂ ਲੜਨ। ਇਸ ਵੇਲੇ ਟਾਈਮ ਆ ਜਿਹੜਾ ਸਿੰਘ ਇਲੈਕਸ਼ਨ ਲੜ ਕੇ ਸੇਵਾ ਕਰਨੀ ਚਾਹੁੰਦਾ, ਸਤਿਕਾਰਯੋਗ ਨੇ ਸਾਰੇ, ਉਹ ਇਲੈਕਸ਼ਨਾਂ ਲੜਨ ਔਰ ਇਲੈਕਸ਼ਨਾਂ ਵਿੱਚ ਜਿਹੜੇ ਸਿੰਘਾਂ ਨੂੰ ਸੇਵਾ ਦਾ ਮੌਕਾ ਮਿਲੂਗਾ ਉਹ ਆਣ ਕੇ ਸੇਵਾ ਕਰਨ। ਸਾਨੂੰ ਇਹਦਾ ਕੋਈ ਇਤਰਾਜ਼ ਨਹੀਂ ਹੋ ਸਕਦਾ। ਕੋਈ ਚੰਗੇ ਸਿੰਘ ਆਣ ਕੇ ਸਾਡੇ ਤੋਂ ਵਧੀਆ ਸੇਵਾ ਵੀ ਕਰ ਲੈਣ, ਕਿਉਂਕਿ ਸਿੱਖਾਂ 'ਚ ਬੜੇ ਬੜੇ ਸਿੱਖ ਜਿਹੜੇ ਆ ਸਾਡੇ ਤੋਂ ਵੱਧ ਉਹ ਆਪਣੇ ਮਰਜ਼ਾਦਾ ਪੁਰਸ਼ੋਤਮ ਵੀ ਹੈਗੇ ਆ, ਬਾਣੀ ਵੀ ਵੱਧ ਪੜ੍ਹਨ ਵਾਲੇ ਹੈਗੇ ਆ, ਉਹ ਕਰਨ। ਪਰ ਉਹ ਸੈਂਟਰ ਦਾ ਕੰਮ ਹੈ, ਸਾਡਾ ਕੰਮ ਨਹੀਂ ਹੈਗਾ। ਸੋ ਦੂਸਰੀ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਪਹਿਲਾਂ ਸਾਡੇ ਤੋਂ ਪਟਨਾ ਸਾਹਿਬ ਕਮੇਟੀ ਖੋਲੀ, ਸਾਡੇ ਤੋਂ ਪਟਨਾ ਸਾਹਿਬ ਕਮੇਟੀ ਖੋਲੀ ਆ, ਅਸੀਂ ਆਪ ਹੀ ਸੁਗੜਦੇ ਜਾ ਰਹੇ ਹਾਂ ਵਿਰੋਧਤਾ ਕਰ ਕਰਕੇ, ਇੱਕ ਦੂਜੇ ਦੀ ਵਿਰੋਧਤਾ ਲੱਤਾਂ ਖਿੱਚ ਖਿੱਚ ਕੇ ਇਹੋ ਜਿਹੀਆਂ ਗੱਲਾਂ ਕਰ ਕਰਕੇ। ਤੇ ਅਸੀਂ ਸੈਂਟਰ ਸਰਕਾਰ ਨੂੰ ਆਪ ਹੀ ਮਤਲਬ ਸ਼ਹਿ ਦੇਣ ਡਏ, ਸਾਡੇ ਚੋਂ ਸਿੱਖ ਹੀ ਦੇਣ ਡਏ ਸ਼ਹਿ। ਪਹਿਲਾਂ ਤਾਂ ਸਾਡੇ ਤੋਂ ਪਟਨਾ ਸਾਹਿਬ ਕਮੇਟੀ ਖੁੱਸੀ ਹੈ, ਉਹ ਤੁਹਾਡੇ ਸਾਹਮਣੇ ਆ। ਔਰ ਉਸ ਤੋਂ ਬਾਅਦ ਹਰਿਆਣਾ ਕਮੇਟੀ ਜਿਹੜੀ ਹੈ, ਦਿੱਲੀ ਕਮੇਟੀ ਜਿਹੜੀ ਉਹ ਵੀ ਉੱਥੇ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਨੇ ਆਪਦੇ ਕਬਜ਼ੇ 'ਚ ਕਰ ਲਈ ਹੈ। ਉਸ ਤੋਂ ਬਾਅਦ ਹਰਿਆਣਾ ਕਮੇਟੀ ਵੀ ਉਹਨਾਂ ਨੇ ਆਪਦੇ ਕਬਜ਼ੇ 'ਚ ਕਰ ਲਈ ਹੈ। ਔਰ ਹੁਣ ਉਹਨਾਂ ਦੀ ਨਿਗਾਹ ਜਿਹੜੀ ਆ ਨਾ ਉਹ ਹੈਗੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ। ਮੈਨੂੰ ਕੋਈ ਝਿਜਕ ਨਹੀਂ ਕਹਿਣ ਤੇ, ਕਿਉਂਕਿ ਇਹ ਉਤੋਂ ਸਰਕਾਰ ਸਾਰੀ ਗੇਮਾਂ ਚਲਾਉਂਦੀ ਆ ਕਿ ਖਾਲਸਾ ਪੰਥ ਦੀ ਵੱਖਰੀ ਹੋਂਦ, ਵੱਖਰੀ ਹਸਤੀ, ਵੱਖਰਾ ਇਹਨਾਂ ਦਾ ਬਾਣਾ, ਵੱਖਰਾ ਇਹਨਾਂ ਦਾ ਜਿਹੜਾ ਇਤਿਹਾਸ, ਇਹਨਾਂ ਦਾ ਗ੍ਰੰਥ, ਇਹਨਾਂ ਦਾ ਪੰਥ, ਇਹਨਾਂ ਦਾ ਤਖਤ, ਔਰ ਜਿਹੜਾ ਉਹਨੂੰ ਸਾਰੇ ਨੂੰ ਰਲ ਗੱਡ ਕਰ ਦਈਏ ਔਰ ਸਿੱਖਾਂ ਦੇ ਰਾਹੀਂ ਕਰੀਏ। ਕਈ ਜਥੇਬੰਦੀਆਂ ਦੇ ਰਾਹੀਂ ਵੀ ਉਹਨਾਂ ਦੀ ਹੈਗੀ ਆ ਮਤਲਬ ਇੱਛਾ ਹੈਗੀ ਆ। ਸੋ ਮੈਂ ਠੀਕ ਹੈ ਤੁਹਾਡਾ ਪੁਆਇੰਟ, ਪਰ ਗੱਲ ਇਹ ਹੈ ਭਾਈ ਮਨਜੀਤ ਜੀ, ਸਾਰੇ ਨਹੀਂ ਮਨਜੀਤ ਸਿੰਘ ਜੀ, ਮੈਂ ਮਾਫੀ ਚਾਹੁੰਦਾ ਵਿਚਾਲੇ ਰੋਕ ਰਹੇ ਹਾਂ, ਪਰ ਗੱਲ ਇਹ ਹੈ ਕਿ ਇਹ ਜਿਹੜੇ ਤਰਕ ਨੇ ਤੁਸੀਂ ਲੰਬੇ ਵੇਲੇ ਤੋਂ ਐਸਜੀਪੀਸੀ ਦਿੰਦੀ ਆ ਰਹੀ ਹੈ। ਹੁਣ ਜਿਹੜੇ ਪੰਜਾਬ ਦੇ ਵਿੱਚ ਹੀ ਦਾਦੂਵਾਲ ਸਾਹਿਬ ਬੈਠੇ ਨੇ, ਬੇਸ਼ੱਕ ਹਰਿਆਣਾ ਦੇ ਨਾਲ ਤਾਲੁਕ ਰੱਖਦੇ ਨੇ, ਨਿਆਮੀਆਂ ਜੀ ਬੈਠੇ ਨੇ, ਗਿਆਨੀ ਕੇਵਲ ਸਿੰਘ ਜੀ ਬੈਠੇ ਨੇ, ਇਹ ਗੱਲਾਂ ਇਹ ਕਿਉਂ ਨਹੀਂ ਸਮਝ ਪਾ ਰਹੇ ਜੇ ਐਸਜੀਪੀਸੀ ਸਮਝ ਪਾ ਰਹੀ ਹੈ? ਇਹ ਬਿਲਕੁਲ ਇੱਕ ਅਲੱਗ ਸਟੈਂਡ ਲੈਂਦੇ ਨੇ ਇਸ ਪੂਰੇ ਮਾਮਲੇ ਦੇ ਵਿੱਚ। ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਹੋ ਸਕਦਾ ਇਹਨਾਂ ਨੂੰ ਸਾਡੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਹੈ, ਚਾਹੇ ਸਾਡੀ ਸੇਵਾ ਹੈ, ਹੋ ਸਕਦਾ ਇਹਨਾਂ ਨੂੰ ਉਹਦੇ ਤੇ ਕੋਈ ਖਦਸ਼ਾ ਹੋਵੇ। ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਵੀ ਹੋ ਸਕਦਾ ਇਹਨਾਂ ਨੂੰ ਸਾਡੇ ਤੇ ਕੋਈ ਸਾਡੀ ਸੇਵਾ ਪਰਿਵਾਰ ਦੇ ਨਾਲ ਖਦਸ਼ਾ ਹੈ, ਕਿਉਂਕਿ ਕਹਿੰਦੇ ਨੇ ਕੋਈ ਵੀ ਦਾਦੂਵਾਲ ਜੀ ਬੈਠੇ ਨੇ, ਕਹਿੰਦੇ ਨੇ ਪਰਿਵਾਰ ਦਾ ਕਬਜ਼ਾ ਹੈ, ਇਹ ਪਰਿਵਾਰ ਦਾ ਕਬਜ਼ਾ, ਇਹ ਸਿੱਧੇ ਇਲਜ਼ਾਮ ਲੱਗਦੇ ਨੇ। ਮੈਂ ਇਹੋ ਹੀ ਬੇਨਤੀ ਕਰਨੀ ਚਾਹੁੰਦਾ, ਹਰਿਆਣੇ 'ਚ ਤਾਂ ਨਹੀਂ ਨਾ ਹੋਣੇਗਾ ਪਰਿਵਾਰ ਦਾ ਕਬਜ਼ਾ। ਹਰਿਆਣੇ ਤਾਂ ਹੁਣ ਆਰਐਸਐਸ ਦਾ ਕਬਜ਼ਾ ਹੈ ਨਾ, ਖੱਟੜ ਸਾਹਿਬ ਦਾ ਹੈਗਾ ਨਾ, ਉੱਥੇ ਤਾਂ ਆਪਣੇ ਉੱਥੇ ਤਾਂ ਨਹੀਂਗਾ, ਪਰ ਦਿੱਲੀ ਦੇ ਵਿੱਚ ਵੀ ਉਹਨਾਂ ਦਾ ਸੈਂਟਰ ਵਾਲਿਆਂ ਦਾ ਕਬਜ਼ਾ ਹੋ ਗਿਆ, ਪਟਨਾ ਸਾਹਿਬ ਵੀ ਹੋ ਗਿਆ, ਔਰ ਇਸੇ ਤਰ੍ਹਾਂ ਹਜ਼ੂਰ ਸਾਹਿਬ ਵੀ ਉਹਨਾਂ ਦਾ ਕਬਜ਼ਾ ਹੋ ਗਿਆ। ਇੱਕੋ ਹੀ ਕਮੇਟੀ ਰਹਿ ਗਈ ਆ। ਮੈਂ ਬੇਨਤੀ ਕਰਨੀ ਚਾਹੁੰਦਾ, ਸਾਰੇ ਸਤਿਕਾਰਯੋਗ ਬੈਠੇ ਆ, ਜਿੱਦਣ ਇਹ ਵੀ ਉਹਨਾਂ ਦੇ ਕਬਜ਼ੇ 'ਚ ਚਲੀ ਗਈ ਨਾ, ਭਾਵੇਂ ਕਿਸੇ ਤਰ੍ਹਾਂ ਚਲੀ ਗਈ, ਉਧਰ ਸਿੱਖ ਜ਼ਰੂਰ ਅੱਖਾਂ 'ਚ ਘਸੁਣ ਦੇ ਕੇ ਰੋਇਆ ਕਰਨਗੇ ਕਿ ਸਾਡੀ ਸੰਸਥਾ ਹੈ ਜਿਹੜੀ ਸਾਡੀ ਆਵਾਜ਼ ਬੁਲੰਦ ਕਰਦੀ। ਸ਼੍ਰੀ ਅਕਾਲ ਤਖਤ ਸਾਹਿਬ ਸੀ ਔਰ ਸ਼੍ਰੋਮਣੀ ਕਮੇਟੀ ਸੀ, ਸ਼੍ਰੋਮਣੀ ਅਕਾਲੀ ਦਲ ਸੀ। ਇਹ ਮੈਂ ਵਾਅਦੇ ਨਾਲ ਕਹਿਣਾ ਤੁਹਾਡੇ ਚੈਨਲ ਤੋਂ ਬੜੇ ਮਤਲਬ ਕੌਨਫੀਡੈਂਸ ਦੇ ਨਾਲ ਵੀ ਇਹ ਜ਼ਰੂਰ ਇੱਕ ਦਿਨ ਤੇ ਇੱਕ ਨਾ ਦਿਨ ਇਹ ਸਾਰਿਆਂ ਨੂੰ ਬਹਿ ਕੇ ਆਪਾਂ ਨੂੰ ਅੱਖਾਂ 'ਚ ਘਸੁਣ ਦੇ ਕੇ ਰੋਣਾ ਜ਼ਰੂਰ ਪਊਗਾ ਵੀ ਇਹ। ਚਲੋ ਮੈਂ ਜਵਾਬ ਲੈ ਲਵਾਂ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਕੇਵਲ ਸਿੰਘ ਦਾ ਰੁਕ ਕਰਨਾ, ਪਰ ਉਸ ਤੋਂ ਪਹਿਲਾਂ ਦਾਦੂਵਾਲ ਸਾਹਿਬ ਦਾ ਇੱਕ ਜਵਾਬ ਲੈ ਲਓ। ਤੁਹਾਡਾ ਪੁਆਇੰਟ ਆਇਆ ਸਰ, ਇਸ ਦੇ ਨਾਲ ਹੀ ਜੁੜਿਆ ਹੋਇਆ ਪੁਆਇੰਟ ਹੈ, ਮੈਂ ਲੈ ਕੇ ਆਉਂਗਾ। ਦਾਦੂਵਾਲ ਸਾਹਿਬ ਤੁਸੀਂ ਪਰਿਵਾਰ ਨੂੰ ਲੈ ਕੇ ਬਹੁਤ ਸਵਾਲ ਚੁੱਕਦੇ ਆਏ ਹੋ ਪਿਛਲੇ ਕੁਝ ਸਮੇਂ ਦੇ ਵਿੱਚ। ਹੁਣ ਗੱਲ ਇਹ ਹੈ, ਉਹ ਸਮਝਾ ਰਹੇ ਨੇ ਕਿ ਸਮਝੋ ਇਸ ਚੀਜ਼ ਨੂੰ ਕਿ ਕਬਜ਼ਾ ਕੀਤਾ ਜਾ ਰਿਹਾ ਪਟਨਾ ਸਾਹਿਬ ਵਾਲੀ, ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸ ਤੋਂ ਬਾਅਦ ਹਰਿਆਣਾ ਵਾਲੀ, ਕਿ ਤੁਸੀਂ ਨਹੀਂ ਸਮਝ ਪਾ ਰਹੇ, ਜਦੋਂ ਟਾਈਮ ਨਿਕਲ ਗਿਆ ਫਿਰ ਹੱਥ ਕੁਝ ਨਹੀਂ ਰਹਿਣਾ। ਦੇਖੋ, ਮੈਂ ਇੱਕ ਗੱਲ ਇਹਦੇ ਵਿੱਚ ਇਹ ਕਹਿਣੀ ਚਾਹੁੰਦਾ ਕਿ ਜਿਹੜੀਆਂ ਅੱਜ ਗੱਲਾਂ ਕਹਿ ਰਹੇ ਆ, ਰਵਾਇਤਾਂ ਇਹਨਾਂ ਨੇ ਪਾਈਆਂ। ਪੰਜਾਬ ਦੇ ਅੰਦਰ ਬੀਜੇਪੀ ਨੂੰ, ਆਰਐਸਐਸ ਨੂੰ ਕੋਈ ਨਹੀਂ ਸੀ ਜਾਣਦਾ। ਕਿੰਨਾ ਨੇ ਜਾਣਨ ਲਾਇਆ? ਸ਼੍ਰੋਮਣੀ ਅਕਾਲੀ ਦਲ ਨੇ, ਬਾਦਲ ਪਰਿਵਾਰ ਨੇ ਉਹਨਾਂ ਨੂੰ ਲੈ ਕੇ ਆਂਦਾ। ਅੱਜ ਤੱਕ ਉਹਨਾਂ ਦੇ ਨਾਲ ਅਲਾਇੰਸ ਕੀਤੀ, ਉਹਨਾਂ ਦੇ ਨਾਲ ਸਰਕਾਰਾਂ ਮਾਣੀਆਂ। ਅੱਜ ਜੇ ਅਲਾਇੰਸ ਟੁੱਟ ਗਿਆ ਤੇ ਆਰਐਸਐਸ ਮਾੜੀ ਹੋ ਗਈ। ਅੱਜ ਆਰਐਸਐਸ ਬੀਜੇਪੀ ਮਾੜੀ ਹੋ ਗਈ। ਉਹ ਮਾੜੀ ਹੈ ਕਿ ਚੰਗੀ, ਇਹ ਗੱਲ ਇੱਕ ਵੱਖਰਾ ਵਿਸ਼ਾ। ਪਰ ਇਹ ਤਾਂ ਨਾ ਕਹਿਣ ਜਿਨ੍ਹਾਂ ਨੇ ਸਰਕਾਰਾਂ ਮਾਣੀਆਂ, 10 ਸਾਲ ਦਾ ਰਾਜ ਭਾਗ ਉਹਨਾਂ ਦੇ ਨਾਲ ਕੀਤਾ, ਅੱਜ ਇਹਨਾਂ ਨੂੰ ਦਿੱਲੀ ਤੇ ਵੀ ਉਹ ਕਾਬਜ਼ ਲੱਗਦੇ ਆ, ਹਰਿਆਣੇ ਤੇ ਵੀ ਕਾਬਜ਼ ਲੱਗਦੇ ਆ। ਦੇਖੋ, ਹਰਿਆਣੇ 'ਚ ਤਾਂ ਜੇ ਚੋਣਾਂ ਹੋਣੀਆਂ ਨੇ, ਅਡਹੌਕ ਕਮੇਟੀ ਹੈ, 18 ਮਹੀਨਿਆਂ ਵਾਸਤੇ ਉਹ ਸੁਪਰੀਮ ਕੋਰਟ ਦਾ ਫੈਸਲਾ ਆਇਆ। ਜੇ ਪਹਿਲਾਂ ਇਹ ਨਾ ਸੁਪਰੀਮ ਕੋਰਟ ਜਾਂਦੇ ਤਾਂ ਹੁਣ ਨੂੰ ਚੋਣਾਂ ਹੋਈਆਂ ਹੁੰਦੀਆਂ, ਸੰਗਤਾਂ ਨੁਮਾਇੰਦੇ ਚੁਣ ਕੇ ਭੇਜ ਦਿੰਦੀਆਂ।
ਤਾਂ ਹੁਣ ਵੀ ਜਿਹੜਾ ਹੈਗਾ ਉਹ ਆਪਣਾ 18 ਮਹੀਨਿਆਂ ਦਾ ਇੱਕ ਹੈਗਾ ਕਮੇਟੀ ਦਾ ਜਿਹੜਾ ਡਿਬੇਟ ਤੇ ਵੀ ਵਾਪਸ ਆ ਜਾਈਏ, ਕਿਉਂਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ, ਉਹ ਕਮੇਟੀਆਂ ਵਾਲੇ ਪਾਸੇ ਚਲੇ ਜਾਵਾਂਗੇ ਜੀ। ਮੈਂ ਇਹਦੇ ਤੇ ਆਉਣਾ ਚਾਹੁੰਦਾ ਕਿ ਦੇਖੋ, ਸਾਡਾ ਨਾਂ ਤਾਂ ਸ਼੍ਰੋਮਣੀ ਕਮੇਟੀ, ਨਾ ਸ਼੍ਰੋਮਣੀ ਅਕਾਲੀ ਦਲ, ਨਾ ਗਿਆਨੀ ਹਰਪ੍ਰੀਤ ਸਿੰਘ, ਨਾ ਰਘਵੀਰ ਸਿੰਘ ਉਹਨਾਂ ਨਾਲ ਕੋਈ ਵਖਰੇਵਾਂ ਜਾਂ ਵਿਵਾਦ ਆ ਜਾਂ ਕੋਈ ਵਿਅਕਤੀਗਤ ਉਹਨਾਂ ਦਾ ਬਾਦਲ ਪਰਿਵਾਰ ਦਾ ਵੀ ਨਾਮ ਲੈ ਲਓ। ਦਾਦੂਵਾਲ ਸਾਹਿਬ ਤੁਸੀਂ ਬਹੁਤ ਤਿੱਖੇ ਸ਼ਬਦੀ ਹਮਲੇ ਕਰਦੇ ਹੋ। ਸਿਆਸੀ ਕੁੰਡਾ ਪਾਸੇ ਹੋਣਾ ਚਾਹੀਦਾ ਵਾ। ਇਹ ਸੰਸਥਾਵਾਂ ਆਜ਼ਾਦ ਕੰਮ ਕਰਨ, ਇਹਨਾਂ ਨੂੰ ਆਜ਼ਾਦ, ਜਦੋਂ ਅਕਾਲ ਤਖਤ ਸਾਹਿਬ ਆਜ਼ਾਦ ਹੋ ਗਿਆ, ਨਿਰਪੱਖ ਹੋ ਗਿਆ, ਬਾਕੀ ਸਾਰੀਆਂ ਸੰਸਥਾਵਾਂ ਉਹਨੇ ਆਜ਼ਾਦ ਇੱਕ ਹੋਰ ਛੋਟਾ ਜਿਹਾ ਸਵਾਲ ਮੈਂ ਇੱਕ ਹੋਰ ਛੋਟਾ ਜਿਹਾ ਸਵਾਲ ਜਾਣਨਾ ਚਾਹੁੰਦਾ, ਤੁਹਾਨੂੰ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਬਹੁਤ ਨਿਰਪੱਖ ਹੋ ਕੇ ਕੰਮ ਕਰ ਰਹੇ ਸੀ, ਇਸ ਕਰਕੇ ਕੁਰਸੀ ਚਲੀ ਗਈ? ਦੇਖੋ, ਗੱਲ ਇੰਨੀ ਨਹੀਂ ਆ ਕਿ ਉਹ ਨਿਰਪੱਖ ਹੋ ਕੇ ਕੰਮ ਕਰ ਰਹੇ ਸੀਗੇ ਜੀ। ਜਦੋਂ ਨਿਰਪੱਖ ਹੋ ਕੇ ਕੰਮ ਕਰਨ ਦੀ ਗੱਲ ਆਈ ਤਾਂ ਬਾਦਲ ਪਰਿਵਾਰ ਨੇ ਪਾਸੇ ਕਰਤੇ। ਜਿੰਨਾ ਚਿਰ ਉਹਨਾਂ ਨੇ ਜੈਸ ਬੌਸ ਬਣ ਕੇ ਕੰਮ ਕੀਤਾ ਉਹਨਾਂ ਚਿਰ ਰਹਿ ਗਏ। ਉੱਥੇ ਜੈਸ ਬੌਸ ਰਹਿ ਸਕਦਾ, ਜਿੱਦਣ ਉਹ ਜੈਸ ਬੌਸ ਤੋਂ ਪਾਸੇ ਹੋਇਆ, ਜਿਸ ਤਰ੍ਹਾਂ ਹਟਾਇਆ ਗਿਆ, ਲਾਇਆ ਗਿਆ, ਤੁਹਾਡੇ ਸਾਹਮਣੇ ਆ। ਜਿਵੇਂ ਨਿਆਮੀਆਂ ਜੀ ਨੇ ਗੱਲ ਕੀਤੀ ਆ ਨਾ, ਜਥੇਦਾਰ ਜੀ ਆਪਣਾ ਭਾਈ ਜੀਤ ਸਿੰਘ ਦੇ ਹਟਾਉਣ ਵੇਲੇ ਤੋਂ ਲੈ ਕੇ 1999 ਤੋਂ ਲੈ ਕੇ ਜਿਹੜਾ ਹੁਣ 2023 ਆ ਗਿਆ, ਇਹ ਜਿਹੜਾ ਪਿਛਲੇ 24 ਸਾਲਾਂ ਦਾ ਜਿਹੜਾ ਸਮਾਂ ਵਾ ਨਾ, ਇਹ ਕਾਰਜਕਾਲ ਜਿਹੜਾ 24 ਸਾਲਾਂ ਦਾ, ਇਹ ਬਹੁਤ ਬੈਡ ਰਿਹਾ ਪੰਥ ਲਈ, ਕੌਮ ਲਈ। ਜਦੋਂ ਤੋਂ ਭਾਈ ਰਣਜੀਤ ਸਿੰਘ ਨੂੰ ਲਾਇਆ ਗਿਆ, ਉਦੋਂ ਤੋਂ ਇਹ ਰੁਝਾਨ ਜਿਹੜਾ ਸੀ ਉਹ ਭਾਰੂ ਹੋਇਆ। ਇਹਨੂੰ ਲਾ ਦਿਓ, ਇਹਨੂੰ ਹਟਾ ਦਿਓ, ਆਹ ਜਿਹੜਾ ਬਿਆਨ ਸਾਡੇ ਖਿਲਾਫ ਚਲੇ ਗਿਆ, ਹੁਣ ਇਹਦੀ ਬਲੀ ਦੇ ਦਿਓ। ਸੋ ਇਸ ਤਰੀਕੇ ਦੇ ਨਾਲ ਉਹ ਚਾਹੁੰਦੇ ਹੀ ਨਹੀਂ ਕੋਈ ਪੰਥ ਦੇ ਭਲੇ ਦੀ ਗੱਲ ਕੋਈ ਜਥੇਦਾਰ ਕਰੇ, ਕੋਈ ਪ੍ਰਚਾਰਕ ਕਰੇ। ਜਦੋਂ ਕੋਈ ਪੰਥ ਦੇ ਭਲੇ ਦੀ ਗੱਲ, ਕੋਈ ਪੰਥਕ ਏਕਤਾ ਦੀ ਗੱਲ ਕਰਦਾ, ਜਾਂ ਪੰਥ ਨੂੰ ਅੱਗੇ ਤੋਰਨ ਦੀ ਗੱਲ, ਜਾਂ ਉਹਨਾਂ ਦੀਆਂ ਕਮੀਆਂ ਦੀ ਗੱਲ ਕਰਦਾ ਕਿ ਅਕਾਲੀ ਦਲ ਸਰਮਾਏਦਾਰਾਂ ਦੀ ਪਾਰਟੀ ਬਣ ਕੇ ਰਹਿ ਗਿਆ, ਅਕਾਲੀ ਦਲ 'ਚ ਗਿਰਾਵਟਾਂ ਆ ਗਈਆਂ, ਤਾਂ ਉਸ ਵੇਲੇ ਉਹ ਕਹਿੰਦੇ ਇਹਦੇ ਤੋਂ ਪਾਉਣਾ ਕੀ ਆ, ਸਾਡਾ ਲਾਇਆ ਜਥੇਦਾਰ ਸਮਝਾਉਣ ਲੱਗ ਗਿਆ। ਕਹਿੰਦੇ ਮੈਂ ਜਵਾਬ ਲਵਾਂਗਾ ਉਹਨਾਂ ਤੋਂ, ਮੈਂ ਜਵਾਬ ਲਵਾਂਗਾ, ਪਰ ਪਹਿਲਾਂ ਉਸ ਤੋਂ ਮੈਂ ਇੱਕ ਵਾਰੀ ਸਾਬਕਾ ਜਥੇਦਾਰ ਸਾਡੇ ਨਾਲ ਨੇ ਗਿਆਨੀ ਕੇਵਲ ਸਿੰਘ ਜੀ। ਕੇਵਲ ਸਿੰਘ ਜੀ, ਤੁਸੀਂ ਬਹੁਤ ਸਾਰੇ ਸਵਾਲ ਚੁੱਕੇ ਨੇ, ਪਰ ਇਸ ਵਿਚਾਲੇ ਪੁਆਇੰਟ ਨੰਬਰ 1 ਕਿ ਐਸਜੀਪੀਸੀ ਲੋਕਾਂ ਦੇ ਵੱਲੋਂ ਚੁਣੀ ਹੋਈ ਹੈ, ਉਹੀ ਜਥੇਦਾਰ ਸਾਹਿਬ ਦੀ ਨਿਯੁਕਤੀ ਕਰਦੀ ਹੈ, ਤੇ ਦੂਜਾ, ਜੇ ਤੁਹਾਨੂੰ ਲੱਗਦਾ ਕਿ ਵਿਧੀ ਵਿਧਾਨ ਕੁਝ ਵੱਖਰਾ ਹੋ ਸਕਦਾ ਤਾਂ ਫਿਰ ਉਹਦੀ ਰੂਪਰੇਖਾ ਕੀ ਹੋਏਗੀ, ਕਿ ਵਾਕਈ ਜੇਕਰ ਇਸ ਤਰੀਕੇ ਨਾਲ ਨਹੀਂ, ਜਾਂ ਫਿਰ ਕਿਹੜੇ ਤਰੀਕੇ ਨਾਲ ਹੋਏਗੀ ਕਿ ਸਾਰੀਆਂ ਜਥੇਬੰਦੀਆਂ ਬੁਲਾ ਲਈਆਂ ਜਾਣ, ਟਕਸਾਲ ਦੇ ਆਗੂ ਬੁਲਾ ਲਏ ਜਾਣ, ਜਿਹੜੀਆਂ ਦਿੱਲੀ ਦੀਆਂ, ਪਟਨਾ ਸਾਹਿਬ ਦੀਆਂ, ਜਾਂ ਫਿਰ ਹਰਿਆਣਾ ਦੀ ਕਮੇਟੀ ਹੈ ਉਹਨਾਂ ਦੇ ਨੁਮਾਇੰਦੇ ਬੁਲਾ ਲਏ ਜਾਣ, ਇਸ ਤਰੀਕੇ ਨਾਲ ਹੋਵੇ, ਜਾਂ ਸਰਬਤ ਖਾਲਸਾ ਸੱਦਿਆ ਜਾਵੇ, ਫਿਰ ਜਥੇਦਾਰ ਸਾਹਿਬ ਦੀ ਨਿਯੁਕਤੀ ਹੋਵੇ? ਇਹ ਵਿਧੀ ਵਿਧਾਨ, ਜੇ ਤੁਸੀਂ ਕਹਿ ਰਹੇ ਹੋ ਕਿ ਇਸ ਦੇ ਉੱਤੇ ਗੌਰ ਕਰਨ ਦੀ ਲੋੜ ਹੈ, ਤਾਂ ਫਿਰ ਉਹ ਕਿਸ ਤਰੀਕੇ ਦਾ ਹੋਵੇ ਵਿਧੀ ਵਿਧਾਨ? ਦੇਖੋ ਜੀ, ਕੌਮ ਦੇ ਅੰਦਰ ਹਰ ਪੱਖ ਦੀ ਚਰਚਾ ਕਰਕੇ ਮਸੌਦੇ ਤਿਆਰ ਕਰਕੇ ਦਿੱਤੇ ਹੋਏ ਨੇ। ਸਭ ਤੋਂ ਪਹਿਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ, ਇਹਨੂੰ ਪੰਥ ਦੇ ਅੱਗੇ ਜਵਾਬਦੇਹ ਬਣਨਾ ਚਾਹੀਦਾ ਹੈ। ਜਿਵੇਂ ਮੁੱਦਾ ਉੱਠ ਰਿਹਾ ਹੈ ਕਿ ਅੱਜ 24 ਸਾਲ ਆਵਾਜ਼ ਨਹੀਂ ਆ ਰਹੀ ਇਹਨਾਂ ਉਸ ਗੱਲ ਦੇ ਉੱਤੇ ਗੌਰ ਕਿਉਂ ਨਹੀਂ ਕੀਤਾ, ਅੱਜ ਜੇ ਆਦੇਸ਼ ਕਿਉਂ ਨਹੀਂ ਮੰਨਿਆ ਜਾਂਦਾ, ਅੱਜ ਕੀ ਗੱਲ ਹੋ ਗਈ ਹੈ? ਆ ਸਾਡੇ ਸਾਹਮਣੇ ਉਹੀ ਸਵਾਲ ਹੈ ਕਿ ਕੌਮ ਦੇ ਵਿੱਚ ਸਾਰਾ ਕੁਝ ਮੌਜੂਦ ਪਿਆ, ਚੰਗੇ ਸੱਜਣ ਪਏ ਨੇ, ਜਥੇਬੰਦੀਆਂ ਪਈਆਂ ਨੇ ਜਿਨ੍ਹਾਂ ਨੂੰ ਲੈ ਕੇ ਬੈਠਿਆ ਜਾ ਸਕਦਾ ਹੈ। ਇਹ ਅੱਜ ਗੱਲ ਕਿਉਂ? ਫਿਰ ਮੰਨ ਲਓ ਕਿ ਪੰਥ ਮੰਗ ਕਰ ਰਿਹਾ ਸੀ ਪੱਕਾ ਜਥੇਦਾਰ ਚਾਹੀਦਾ ਹੈ, ਤੇ ਚਿੱਠੀ ਪਾਉਂਦੇ, ਅਖਬਾਰ 'ਚ ਇਸ਼ਤਿਹਾਰ ਰੱਖਦੇ ਕਿ ਅਸੀਂ ਪੱਕਾ ਜਥੇਦਾਰ ਨਿਯੁਕਤ ਕਰਨਾ ਚਾਹੁੰਦੇ ਹਾਂ, ਪੰਥ ਆਪਣੀ ਰਾਵਾਂ ਦਿਓ, ਸੁਝਾਅ ਦਿਓ ਜੀ, ਉਹ ਜਥੇਦਾਰ ਕਿਵੇਂ ਲਾਇਆ ਜਾਏ। ਇਹ ਕੀ ਹੋਇਆ ਕਿ 72 ਕਹਿੰਦੇ ਮੀਟਿੰਗ ਸੱਦ ਕੇ ਤੇ ਤੁਸੀਂ ਉਸੇ ਤਰ੍ਹਾਂ ਉਹਨਾਂ ਨੂੰ ਪਾਸੇ ਕਰ ਦਿੱਤਾ। ਨਹੀਂ, ਜਥੇਦਾਰ ਸਾਹਿਬ, ਫਿਰ ਹੋ ਸਕਦਾ ਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਕਹਿ ਦਿੱਤਾ ਜਾਵੇ, ਤੁਹਾਨੂੰ ਉਹ ਵਿਧੀ ਵਿਧਾਨ ਪ੍ਰਵਾਨ ਹੋਵੇ, ਪਰ ਹੋ ਸਕਦਾ ਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਹਿ ਦਿੱਤਾ ਜਾਵੇ ਕਿ ਅਖਬਾਰ 'ਚ ਇਸ਼ਤਿਹਾਰ ਤਾਂ ਫਾਰਮੈਲਿਟੀ ਹੈ, ਬਸ ਲਗਾਉਣਾ ਤਾਂ ਉਸ ਨੂੰ ਹੀ ਸੀ ਜਿਸ ਨੂੰ ਪਹਿਲਾਂ ਤੋਂ ਤੈਅ ਕੀਤਾ ਹੋਇਆ ਸੀ। ਅਗਰ ਅਸੀਂ ਸੰਸਥਾ ਪਹੁੰਚ ਚਿੱਠੀ ਪਾ ਕੇ ਕਰ ਸਕਦੇ ਹਾਂ। ਅੱਜ ਈਮੇਲ ਨੰਬਰ ਸਪੈਸ਼ਲ ਜਾਰੀ ਕੀਤਾ ਜਾ ਸਕਦਾ ਹੈ, WhatsApp ਗਰੁੱਪ ਦਿੱਤਾ ਜਾ ਸਕਦਾ ਹੈ। ਕਿਤੇ ਨਾ ਕਿਤੇ ਸੰਸਥਾਵਾਂ ਸਾਡੇ ਪੋਟਿਆਂ ਦੇ ਗਿਣੀਆਂ ਜਾਣ ਵਾਲੀਆਂ ਸਾਡੇ ਕੋਲ ਮੌਜੂਦ ਨੇ, ਉਹਨਾਂ ਨੂੰ ਨੁਮਾਇੰਦੇ ਬੁਲਾਏ ਜਾ ਸਕਦੇ ਆ। ਕਿਸੇ ਨੇ ਗੱਲ ਤੇ ਕਰਨਾ ਜੀ। ਹੁਣ ਇਹ ਦੱਸੇ ਸ਼੍ਰੋਮਣੀ ਕਮੇਟੀ ਕਿ ਜਥੇਦਾਰ ਰਘਬੀਰ ਸਿੰਘ ਲਾਉਣ ਲੱਗਿਆ, ਕਿਹੜੀ ਸਿੱਖ ਸੰਸਥਾ ਨਾਲ ਇਹਨਾਂ ਨੇ ਸੰਪਰਕ ਕੀਤਾ ਹੈ, ਕਿਹਨੂੰ ਬਾਹਰੋਂ ਜਵਾਬ ਦੇ ਦਿਓ। ਕਹਿੰਦੇ ਜਦੋਂ ਤੁਹਾਡੀ ਨਿਯੁਕਤੀ ਹੋਈ ਫਿਰ ਤੁਸੀਂ ਉਸ ਸਮੇਂ ਨਹੀਂ ਸਵਾਲ ਚੁੱਕੇ ਕਿ ਪਟਨਾ ਸਾਹਿਬ ਦੀ ਕਮੇਟੀ ਨੇ ਪੁੱਛਿਆ ਕਿ ਜਿਹੜੀ ਗੱਲ ਦਿੱਲੀ ਕਮੇਟੀ ਨੇ ਪੁੱਛਿਆ, ਕਿਉਂ ਨਹੀਂ ਪੁੱਛਿਆ ਕਿ ਉਹ ਪੰਥ ਦੀਆਂ ਸੰਸਥਾਵਾਂ ਨਹੀਂ ਹੈਗੀਆਂ? ਇਸ ਕਰਕੇ ਉਹ ਪੰਥ ਦੀਆਂ ਸੰਸਥਾਵਾਂ ਨੇ, ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਗਿਆ, ਉਹਨਾਂ ਨੂੰ ਕੋਈ ਪਾਸੇ ਕਰ ਦਿੱਤਾ ਗਿਆ।
ਦਿੱਲੀ ਕਮੇਟੀ ਵੀ ਚੁਣ ਕੇ ਆਉਂਦੀ ਹੈ, JNK ਵਿੱਚ ਕਮੇਟੀ ਬਣਦੀ ਉਹ ਵੀ ਚੁਣ ਕੇ ਆਉਂਦੀ, ਉੱਥੇ ਵੋਟਾਂ ਪੈਂਦੀਆਂ ਨੇ। ਸਾਡੇ ਕੋਲ ਬੋਰਡ ਹਜ਼ੂਰ ਸਾਹਿਬ ਦਾ ਹੈ, ਪਟਨਾ ਸਾਹਿਬ ਦਾ ਬੋਰਡ ਹੈ, ਉਹ ਸਾਰੇ ਤਾਂ ਭਾਵੇਂ ਨਾਮਜ਼ਦ ਹੋਏ ਕਿਤੇ ਵੀ ਢੰਗਣਾ ਹੈ, ਉੱਥੋਂ ਕਿਉਂ ਨਹੀਂ ਪੁੱਛਿਆ ਗਿਆ? ਸਾਡਾ ਸਵਾਲ ਜਿਹੜਾ ਹੈ ਅੱਜ ਜੋ ਨਿਯੁਕਤੀ ਕੌਮ ਦੇ ਜਥੇਦਾਰ ਦੀ ਕੀਤੀ ਜਾ ਰਹੀ ਹੈ, ਨਾ ਕਿ ਸ਼੍ਰੋਮਣੀ ਕਮੇਟੀ ਆਪਣੇ ਕਿਸੇ ਨੁਮਾਇੰਦੇ ਦੀ ਜਾਂ ਆਪਣਾ ਕੰਮ ਚਲਾਊ ਢੰਗ ਸਿਸਟਮ ਦੀ ਨਿਯੁਕਤੀ ਕਰ ਰਹੇ ਨੇ, ਜਾਂ ਨਾ ਕੇਵਲ ਬਾਦਲ ਦਲ ਦੇ ਉਹਨਾਂ ਦੀਆਂ ਨੀਤੀਆਂ ਨੂੰ ਪ੍ਰਚਾਰਨ ਵਾਲੇ ਸੱਜਣ ਨੇ ਨਿਯੁਕਤੀ। ਜੇ ਜਥੇਦਾਰ ਨੇ ਨਿਯੁਕਤੀ ਕੀਤੀ ਜਾਣੀ ਹੈ ਤੇ ਫਿਰ ਜਥੇਦਾਰ ਨੇ ਨਿਯੁਕਤੀ ਤੇ ਪੰਥ ਦੇ ਵਿਧੀ ਵਿਧਾਨ ਮੁਤਾਬਕ ਹੀ ਹੁਣ ਹੋਏਗੀ। ਭਾਈ ਮਨਜੀਤ ਸਿੰਘ ਕਹਿ ਰਹੇ ਸਨ ਕਿ ਭਾਈ ਕੇਵਲ ਸਿੰਘ ਨੇ ਨਿਯੁਕਤੀ ਵੀ ਜਿਹੜੀ ਹੈ ਇਸੇ ਸ਼੍ਰੋਮਣੀ ਕਮੇਟੀ ਨੇ ਕੀਤੀ ਹੈ। ਉਸ ਸਮੇਂ ਦੀ ਸ਼੍ਰੋਮਣੀ ਕਮੇਟੀ ਤੇ ਅੱਜ ਦਾ ਜਿਹੜਾ ਸਾਰਾ ਰੂਪ ਰੇਖਾ ਬਦਲ ਗਈ। ਜਦੋਂ ਰਣਜੀਤ ਸਿੰਘ ਲੱਥਣ ਤੋਂ ਬਾਅਦ ਜੋ ਹਾਲਾਤ ਬਣੇ, ਕੇਵਲ ਸਿੰਘ ਨੇ ਉਦੋਂ ਵੀ ਲਿਖਿਆ ਸੀ ਵਿਧੀ ਵਿਧਾਨ ਬਣਾਏ ਤੋਂ ਬਗੈਰ ਸਿਧਾਂਤਕ ਨਿਯੁਕਤੀਆਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਉਸ ਸਮੇਂ ਸਾਡੇ ਕੋਲ ਫਿਰ 2000 ਦੇ ਵਿੱਚ ਸਾਡੇ ਕੋਲ ਵਿਧਾਂਤੀ ਲਿਖ ਦਿੱਤਾ ਗਿਆ, ਕਿਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸਾ ਵੱਟ ਰਹੀ ਹੈ, ਆਲੇ ਕਿਉਂ ਇਸ ਤਰ੍ਹਾਂ ਗੱਲ ਕਰਕੇ ਆਪਣੇ ਆਪ ਨੂੰ ਕੌਮ ਦੇ ਸਾਹਮਣੇ ਹਾਸੋ ਹੋਣੀ ਵਿੱਚ ਜਾ ਰਹੀ ਹੈ। ਦੂਜੀ ਗੱਲ ਉਹਨਾਂ ਦੀ ਗੱਲ ਕੀਤੀ ਤੇ ਅੱਜ ਇਹ ਕਹਿ ਰਹੇ ਨੇ ਕਿ ਭਾਜਪਾ ਚਾਹ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰੀਏ। ਭਾਜਪਾ ਨੇ ਤਾਂ ਪਹਿਲੇ ਕਬਜ਼ਾ ਕੀਤਾ, ਇਹਨਾਂ ਬਾਦਲ ਦਲ ਉੱਤੇ ਕਬਜ਼ਾ 25 ਸਾਲ ਹੋ ਗਏ ਨੇ। ਇਹਨਾਂ ਨੇ ਪੰਥ ਦੀ ਜਿਹੜੀ ਸਾਡੀ ਨੁਮਾਇੰਦਾ ਜਮਾਤ ਸੀ ਸ਼੍ਰੋਮਣੀ ਅਕਾਲੀ ਦਲ, ਉਹਨੂੰ ਪੰਥ ਤਾਂ ਨਹੀਂ ਰਹਿਣ ਦਿੱਤਾ। ਇਹਨਾਂ ਨੇ ਕੁਰਸੀ ਲਈ ਬਣਾ ਲਿਆ, ਸੱਤਾ ਲਈ ਬਣਾ ਲਿਆ, ਸੱਤਾ ਭੋਗਣ ਲਈ ਬਣਾ ਲਿਆ। ਉਹਦੇ ਮੁਤਾਬਕ ਇਹਨਾਂ ਨੇ ਸ਼੍ਰੋਮਣੀ ਕਮੇਟੀ ਚਲਾਈ ਹੈ। ਉਹਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਕਹਿੰਦਾ ਜੀ ਲਾ ਦਿੰਦੇ, ਜਿਹਨੂੰ ਕਹਿੰਦੇ ਅੱਜ ਸਾਡੇ ਸਾਹਮਣੇ ਸਾਡੀ ਸਮੱਸਿਆ ਹੀ ਹੈ। ਸਾਡੀ ਬੇਸਿਕ ਤੁਸੀਂ ਵਜ੍ਹਾ ਕੀ ਮੰਨਦੇ ਹੋ ਜੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਖਾਸ ਤੌਰ ਤੇ ਪਿਛਲੇ 24-25 ਸਾਲਾਂ ਦੇ ਵਿੱਚ, ਤੁਸੀਂ ਵਜ੍ਹਾ ਕਿਸ ਨੂੰ ਮੰਨਦੇ ਹੋ? ਕਿੰਨਾ ਕੁਝ ਬਦਲ ਗਿਆ ਜੀ, ਵੇਖੋ ਨੇ ਪੁੱਛੋ ਨਹੀਂ। ਇਹਨਾਂ ਨੇ ਵਿਗਾੜ ਪਾਇਆ ਨਾ ਜੀ। ਇਹ ਭਾਜਪਾ ਨਾਲ ਕੰਮ ਕਰਦੇ ਰਹੇ ਨੇ, ਉਹਨਾਂ ਦੀ ਉਹਦੇ ਮੁਤਾਬਕ ਕੰਮ ਕਰਦੇ ਰਹੇ ਨੇ। ਦਾਦੂਵਾਲ ਜੀ ਠੀਕ ਕਹਿ ਰਹੇ ਨੇ, ਇਹਨਾਂ ਹੀ RSS ਨੂੰ ਅੱਗੇ ਲੈ ਕੇ ਆਂਦਾ, ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਆਂਦਾ। ਅੱਜ ਕੀ ਹੋ ਗਿਆ? ਅੱਜ ਕਿਉਂ ਆਪਾਂ ਅਸੀਂ ਕਹਿੰਦੇ ਸਾਨੂੰ ਨਾ ਭਾਜਪਾ ਚਾਹੀਦੀ ਹੈ ਨਾ ਕੋਈ ਚਾਹੀਦਾ, ਸਾਨੂੰ ਉਹ ਖਾਲਸਾ ਪੰਥ ਚਾਹੀਦਾ ਹੈ। ਜਬ ਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸਾਨੂੰ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਾਜਿਆ ਖਾਲਸਾ ਪੰਥ ਹੈ ਨਾ, ਜਿਹੜਾ ਕਿਸੇ ਧਿਰ ਨਾਲ ਨਹੀਂ ਚੱਲਦਾ, ਧੜੇ ਨਾਲ ਨਹੀਂ ਚੱਲਦਾ, ਗੁਰੂ ਗ੍ਰੰਥ ਸਾਹਿਬ ਨਾਲ ਚੱਲਦਾ। ਸਾਡੇ ਕੋਲ ਬਹੁਤ ਕੁਝ ਪਿਆ ਹੋਇਆ ਹੈ। ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ ਨਾਥ, ਤੇਰਾ ਪੰਥ ਨਾ ਰਹਾ ਤੇ ਗ੍ਰੰਥ ਕੌਣ ਮਾਨੇਗਾ। ਸਿੱਖ ਦੀ ਹੁਣ ਪੰਥ ਦੇ ਨਾਲ, ਪੰਥ ਚਲੇ ਗੁਰੂ ਗ੍ਰੰਥ ਦੇ ਨਾਲ। ਅੱਜ ਅਸੀਂ ਕਿੱਥੇ ਖੜੇ ਹਾਂ ਅਸ ਵੇਖਣਾ ਪਏਗਾ। ਇਹਨਾਂ ਗੱਲ ਕੇ ਅਸੀਂ ਵਕਤ ਨੂੰ ਧੱਕਾ ਨਾ ਮਾਰੀਏ। ਅੱਜ ਕੌਮ ਦੇ ਲਈ ਜਿੱਥੇ ਜਿੱਥੇ ਵੀ ਸਿੱਖ ਬੈਠਾ, ਜਥੇਬੰਦੀ ਬੈਠੀ ਹੈ, ਉਹਨੂੰ ਨਾਲ ਲੈ ਕੇ ਤੁਰਨਾ ਪਏਗਾ। ਜੇ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੱਥੇ PTC ਵਾਲੀ ਥਾਂ ਤੇ ਸ਼੍ਰੋਮਣੀ ਕਮੇਟੀ ਚੈਨਲ ਚਲਾਵੇ, ਤੇ ਸਾਨੂੰ ਜਾਪਦਾ ਹੈ ਕਿ ਉਹਨਾਂ ਦੀਆਂ ਗੱਲਾਂ ਇਹਨੂੰ ਨਹੀਂ ਸਿਖਾਈਆਂ, ਜਿਸ ਕਾਰਨ ਕਰਕੇ ਉਹਨੂੰ ਪਾਸੇ ਕਰ ਦਿੱਤਾ ਗਿਆ ਤੇ ਹੁਣ ਆਪਣੀ ਮਰਜ਼ੀ ਨਾਲ ਨਵੇਂ ਫੈਸਲੇ ਕਰਾਉਣ ਦੇ ਲਈ ਕਰ ਲਈ ਗਈ ਹੈ। ਮੈਂ ਵਿਚਾਲੇ ਇਸ ਕਰਕੇ ਰੋਕ ਰਿਹਾ ਕਿਉਂਕਿ ਭਾਈ ਮਨਜੀਤ ਸਿੰਘ ਜੀ ਤੋਂ ਬਹੁਤ ਸਾਰੇ ਜਵਾਬ ਹੁਣ ਬਾਕੀ ਨੇ, ਉਹ ਲੈਣੇ ਜ਼ਰੂਰੀ ਨੇ। ਪਰ ਉਸ ਤੋਂ ਪਹਿਲਾਂ ਮੈਂ ਇੱਕ ਵਾਰ ਨਿਆਮੀਆ ਸਾਹਿਬ ਦਾ ਰੁਖ ਕਰ ਲੈਣਾ। ਨਿਆਮੀਆ ਸਾਹਿਬ, ਦੋ ਛੋਟੀਆਂ ਟਿੱਪਣੀਆਂ ਚਾਹਾਂਗਾ। ਇੱਕ ਤਾਂ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤਾ ਜਾਵੇ ਕਿ ਇਸ ਦੇ ਉੱਤੇ ਆ ਕੇ ਜਿਹੜੇ ਲੋਕ ਨੇ ਜਿਹੜੇ ਆਪਣੀ ਰਾਏ ਦੇਣਾ ਚਾਹੁੰਦੇ ਨੇ ਉਹ ਆਉਣ। ਤੁਹਾਨੂੰ ਲੱਗਦਾ ਕਿ ਇਹ ਫਾਰਮੂਲਾ ਕੰਮ ਕਰ ਸਕਦਾ ਹੈ ਜਾਂ ਇਸ ਦੇ ਉੱਤੇ ਗੌਰ ਕੀਤਾ ਜਾ ਸਕਦਾ ਹੈ? ਬਿਲਕੁਲ ਜੀ, ਜ਼ਰੂਰੀ ਨਹੀਂ ਅਖਬਾਰ 'ਚ ਦੇਣਾ ਕਿਸੇ ਵੀ ਤਰੀਕੇ ਨਾਲ। ਉਹਨਾਂ ਦੀ ਭਾਵ ਇਹੀ ਹੈ ਕਹਿਣ ਦਾ ਕਿ ਸਾਰੇ ਜਿੱਥੇ ਤੱਕ ਨਾਨਕ ਨਾਮਲੇਵਾ ਸਿੱਖ ਬੈਠੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਸਭ ਤੋਂ ਸ਼੍ਰੋਮਣੀ ਜਿਸ ਦਾ ਅਸੀਂ ਹੁਕਮ ਮੰਨਣਾ ਹੈ। ਹੁਕਮ ਤਾਂ ਚਲੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਨਦੇ ਹਾਂ, ਪਰ ਫਿਰ ਵੀ ਜੋ ਆਦੇਸ਼ ਅਕਾਲ ਤਖਤ ਸਾਹਿਬ ਤੋਂ ਹੋਣਾ ਹੈ, ਉਹ ਜਿਹੜਾ ਲਿਆ ਜਾਣਾ, ਉਹ ਸਾਡੇ ਸਭ ਦੀ ਰਾਏ ਤੇ ਹੋ ਸਕਦਾ ਸਾਰਿਆਂ ਦੀ ਰਾਏ ਨਾ ਮਿਲੇ, ਪਰੰਤੂ ਫਿਰ ਵੀ ਬਹੁ ਗਿਣਤੀ ਤਾਂ ਹੋਏਗੀ ਨਾ। ਹੁਣ ਦੇਖੋ ਗੱਲ ਚੱਲੀ ਸੀ ਦਿੱਲੀ ਕਮੇਟੀ ਦੀ, ਸਾਰੇ ਸੱਜਣ ਜਾਣਦੇ ਨੇ ਦਿੱਲੀ ਕਮੇਟੀ ਕਿਸ ਨੇ ਬਣਾਈ, ਕਿਉਂ ਬਣੀ। ਇਹ ਚੀਜ਼ਾਂ ਨਹੀਂ, ਕਿਉਂ ਜਿਨ੍ਹਾਂ ਦੀ ਪਟਨਾ ਸਾਹਿਬ ਬੋਰਡ ਹੈ ਕਿ ਉੱਥੇ ਸਿੱਖ ਨਹੀਂ ਰਹਿੰਦੇ, ਹਜੂਰ ਸਾਹਿਬ ਦਾ ਬੋਰਡ ਹੈ ਕਿ ਉੱਥੇ ਸਿੱਖ ਨਹੀਂ ਰਹਿੰਦੇ। ਇਹ ਗੱਲ ਨਹੀਂ ਵੀ ਸਾਡੇ ਤੋਂ ਖੋਹ ਲਈ, ਕੋਈ ਖੋਹੀ ਨਹੀਂ, ਇਹਨੂੰ ਖੋਣਾ ਨਹੀਂ ਕਿਹਾ ਜਾ ਸਕਦਾ। ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਹਜੂਰ ਸਾਹਿਬ ਦੀ ਹੈ, ਪਟਨਾ ਸਾਹਿਬ ਦੇ ਵਿੱਚ ਵੀ ਹੁੰਦਾ ਤੇ ਆਪਣੇ ਦਿੱਲੀ 'ਚ ਵੀ ਹੁੰਦਾ। ਜਦੋਂ ਨਹੀਂ ਉਹ ਤਾਂ ਸਮਝਾ ਰਹੇ ਨੇ ਕਿ ਪ੍ਰਭਾਵ ਕਿਸ ਦਾ। ਹੁਣ ਇਹ ਦੇਖੋ ਕਿ ਬੇਸ਼ੱਕ ਉਸ ਕਮੇਟੀ ਦੇ ਉੱਤੇ ਪ੍ਰਧਾਨ ਜਾਂ ਹੋਰ ਮੈਂਬਰ ਤਾਂ ਲਾਜ਼ਮੀ ਤੌਰ ਤੇ ਸਿੱਖੀ ਨੇ ਜਾਂ ਸਿੱਖ ਭਾਈਚਾਰੇ ਦੇ ਹੀ ਹੋਣਗੇ, ਪਰ ਉਹਨਾਂ ਦੇ ਉੱਤੇ ਪ੍ਰਭਾਵ ਕਿਸ ਦਾ ਉਹ ਦੇਖੋ ਤੁਸੀਂ। ਨਹੀਂ ਦੇਖੋ, ਪ੍ਰਭਾਵ ਹਰੇਕ ਬੰਦਾ ਲੈਂਦਾ। ਪੰਜਾਬ 'ਚ ਕਿਸ ਦਾ ਪ੍ਰਭਾਵ ਹੈ ਜੀ? ਪੰਜਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਕਿਸ ਦਾ ਪ੍ਰਭਾਵ ਹੈ? ਆਪਾਂ ਕੀ ਇਹਨਾਂ ਨੂੰ ਬਹੁਤ ਦੁੱਧ ਤੋਤੇ ਮੰਨਦੇ ਹਾਂ? ਜਿਹੜੇ ਸਿੱਖੀ ਸੰਸਥਾਵਾਂ ਨੂੰ ਦਾ ਘਾਣ ਕਰਤਾ, ਸਿੱਖੀ ਦੀ ਆਤਮਾ ਦਾ ਘਾਣ ਕਰਤਾ, ਉਹ ਬਹੁਤ ਦੁੱਧ ਤੋਤੇ ਨੇ।
ਕਿ ਉਹਨਾਂ ਦਾ ਪ੍ਰਭਾਵ ਚੰਗਾ, ਆਰਐਸਐਸ ਤੋਂ ਮਾੜੇ ਨੇ। ਮੈਂ ਤੁਹਾਨੂੰ ਦੱਸ ਸਕਦਾ ਅੰਕੜੇ ਕੱਢ ਕੇ, ਆਨੰਦਪੁਰ ਸਾਹਿਬ ਦੇ ਵਿੱਚ ਆਰਐਸਐਸ ਦੇ ਕੈਂਪ ਲਾਏ ਗਏ ਨੇ। ਇਹ ਚੀਜ਼ਾਂ ਨਹੀਂ ਹੁੰਦੀਆਂ। ਗੱਲ ਇਹ ਹੈ ਜਿਹੜਾ ਜਥੇਦਾਰ ਬਣਨਾ ਬਹੁਤ ਸਤਿਕਾਰਯੋਗ ਹਸਤੀ ਹੁੰਦਾ ਉਹ ਸਿੱਖਾਂ ਦੇ ਲਈ, ਉਹਨੇ ਜਦੋਂ ਚੁਣਿਆ ਜਾਣਾ ਉਹ ਸਭ ਦੀ ਰਾਏ ਲੈਣੀ। ਮੈਂ ਇੱਕ ਹੋਰ ਬਹੁਤ ਛੋਟਾ ਜਿਹਾ ਕਮੈਂਟ ਤੁਹਾਡਾ ਬਹੁਤ ਇੰਟਰਸਟਿੰਗ ਹੈ ਕਿ ਰਘੁਵੀਰ ਸਿੰਘ ਹੋਰਾਂ ਦੀ ਨਿਯੁਕਤੀ ਦੇ ਉੱਤੇ ਕਿਸੇ ਨੂੰ ਇਤਰਾਜ਼ ਨਹੀਂ ਹੈ। ਇਹ ਤਾਂ ਕਲੀਅਰ ਹੈ ਕਿ ਉਹਨਾਂ ਨੂੰ ਨਿਯੁਕਤ ਕਰ ਦਿੱਤਾ ਗਿਆ, ਉਸ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ। ਨਿਯੁਕਤੀ ਦੇ ਪ੍ਰੋਸੈਸ ਦੇ ਉੱਤੇ ਕੁਐਸਚਨ ਮਾਰਕ ਹੈ। ਬਿਲਕੁਲ, ਦੇਖੋ ਜਿਹੜੇ ਮੈਂ ਉਹੀ ਦੱਸਦਾ, ਜਿਸ ਨੂੰ ਮਰਜ਼ੀ ਲਾਇਆ ਜਾਵੇ ਪਰੰਤੂ ਜੋ ਚੁਣਿਆ ਜਾਵੇ ਉਹਦੇ ਪ੍ਰਤੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਹੈ ਖਾਲਸਾ ਪੰਥ ਦੀ। ਖਾਲਸਾ ਪੰਥ ਦੇ ਵਿੱਚ ਦਲ-ਬਲ ਪੰਥ ਵੀ ਆਉਂਦੇ ਨੇ, ਨਿਹੰਗ ਸਿੰਘ ਜਥੇਬੰਦੀ, ਅਮੀ ਟਕਸਾਲਾਂ ਵੀ ਸਾਰੇ ਆਉਂਦੇ ਨੇ। ਈਵਨ ਅਮਰੀਕਾ, ਇੰਗਲੈਂਡ, ਬਾਹਰ ਦੇ ਦੇਸ਼ਾਂ 'ਚ ਜੋ ਸਿੱਖ ਬੈਠੇ ਨੇ ਬਹੁਤ ਰਹਿਤ ਮਰਿਆਦਾ ਵਾਲੇ, ਉਹ ਵੀ ਇਸ ਵਿੱਚ ਸ਼ਾਮਲ ਹੁੰਦੇ ਨੇ ਖਾਲਸਾ ਪੰਥ ਦੇ ਵਿੱਚ। ਉਹਨਾਂ ਦੀ ਵੀ ਰਾਏ ਲੈਣੀ ਬਹੁਤ ਜ਼ਰੂਰੀ ਹੈ। ਠੀਕ ਹੈ, ਚਲੋ ਮੇਰੇ ਕੋਲ ਸਮਾਂ ਬਹੁਤ ਪੂਰਾ ਸਰ, ਮੈਂ ਇੱਕ ਰਿਐਕਸ਼ਨ ਲੈਣਾ ਹੈ। ਮੈਂ ਭਾਈ ਮਨਜੀਤ ਸਿੰਘ ਜੀ ਦਾ ਰੁਖ ਕਰਦਾ। ਭਾਈ ਮਨਜੀਤ ਸਿੰਘ ਜੀ, ਬਹੁਤ ਸਾਰੇ ਸਵਾਲਾਂ ਦੇ ਵਿਚਾਲੇ ਦੋ ਤਿੰਨ ਚੀਜ਼ਾਂ ਨੇ ਕਿ ਇੱਕ ਤਾਂ ਤੁਸੀਂ ਬਹੁਤ ਸੀਮਿਤ ਕਰ ਦਿੱਤਾ ਜਿਸ ਤਰੀਕੇ ਨਾਲ ਨਿਯੁਕਤੀ ਕੀਤੀ ਗਈ, ਔਰ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਸੀ ਇਸ ਪੂਰੀ ਚਰਚਾ ਦੇ ਵਿੱਚ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਵੀ ਇੱਕ ਮਜ਼ਾਕ ਬਣਾ ਦਿੱਤੀ ਕਿ ਜਦੋਂ ਦਿਲ ਕਰਦਾ ਹਟਾ ਦਿੱਤਾ ਜਾਂਦਾ ਹੈ, ਜਦੋਂ ਦਿਲ ਕਰਦਾ ਲਗਾ ਦਿੱਤਾ ਜਾਂਦਾ ਹੈ। ਤੁਸੀਂ ਅਕਾਲੀ ਫੁੱਲਾ ਸਿੰਘ ਜੀ ਦਾ ਜ਼ਿਕਰ ਕੀਤਾ ਸੀ ਕਿ ਇੱਕ ਉਹ ਸਮਾਂ ਸੀ ਜਦੋਂ ਇੱਕ ਵਾਰ ਜਥੇਦਾਰ ਲਗਾ ਦਿੱਤਾ ਤਾਂ ਫਿਰ ਉਹ ਤਾਂ ਉਮਰ ਰਹਿਣਗੇ, ਜਦੋਂ ਤੱਕ ਉਹਨਾਂ ਦੀ ਜ਼ਿੰਦਗੀ ਹੈ ਉਹ ਜਥੇਦਾਰ ਸਾਹਿਬ ਦੇ ਅਹੁਦੇ ਦੇ ਉੱਤੇ ਰਹਿਣਗੇ। ਪਰ ਹੁਣ ਸਭ ਕੁਝ ਵੱਖਰਾ ਹੈ ਕਿ ਹੁਣ ਜਦੋਂ ਕੁਝ ਨਾ ਕੁਝ ਲੱਗਦਾ ਹੈ ਵੱਖਰਾ ਹੋ ਰਿਹਾ ਤਾਂ ਉਸ ਟਾਈਮ ਹਟਾ ਦਿੱਤਾ ਜਾਂਦਾ। ਬਹੁਤ ਸਾਰੇ ਤੁਸੀਂ ਇਸ ਚੀਜ਼ ਦੇ ਉੱਤੇ ਬਹੁਤ ਰਿਐਕਟ ਜ਼ਰੂਰ ਕਰੋ, ਕਿਉਂਕਿ ਇਲਜ਼ਾਮ ਇਹ ਨੇ ਕਿ ਰਾਘਵ ਚੱਡਾ ਦੀ ਮੰਗਣੀ ਦੇ ਵਿੱਚ ਸ਼ਾਮਲ ਹੋਣਾ, ਐਸਜੀਪੀਸੀ ਨੂੰ ਲੈ ਕੇ ਤਲਖ ਟਿੱਪਣੀਆਂ ਕਰਨੀਆਂ, ਅਕਾਲੀ ਦਲ ਨੂੰ ਸਿੱਧੇ ਤੌਰ ਦੇ ਉੱਤੇ ਨਸੀਹਤ ਦੇਣਾ, ਇਹ ਸਭ ਕੁਝ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਕੁਰਸੀ ਜਾਣ ਦੀ ਵਜ੍ਹਾ ਬਣ ਗਈ। ਭਾਈ ਮਨਜੀਤ ਸਿੰਘ ਜੀ। ਹਾਂਜੀ, ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਹੜੇ ਸੁਝਾਅ ਆਪਣੇ ਦਾਦੂਵਾਲ ਸਾਹਿਬ ਨੇ ਦਿੱਤੇ ਆ, ਨਿਜ਼ਾਮੀਆਂ ਸਾਹਿਬ ਨੇ ਦਿੱਤੇ ਆ, ਚਾਹੇ ਗਿਆਨੀ ਕੇਵਲ ਸਿੰਘ ਜੀ ਨੇ ਦਿੱਤੇ ਆ, ਔਰ ਉਹਨਾਂ ਸੁਝਾਵਾਂ ਨੂੰ ਜਿਹੜਿਆ ਨਾ ਕਿਸੇ ਨਾ ਕਿਸੇ ਤਰ੍ਹਾਂ ਸਾਰਿਆਂ ਨੂੰ ਮੂਰਤੀਮਾਨ ਕਰਨ ਵਾਸਤੇ ਇਕੱਤਰਤਾ ਹੋਣਾ ਪਊਗਾ ਨਾ। ਕਿਤੇ ਕੋਈ ਇੱਕ ਜਗ੍ਹਾ ਤਾਂ ਵੇਖਣੀ ਪਊਗੀ ਨਾ ਵੀ ਕਿੱਥੇ ਬਹਿਣਾ ਹੈ, ਕਿੱਥੇ ਬੈਠ ਕੇ ਸਾਰੇ ਜਿਹੜੇ ਆ ਆਪਾਂ ਵਿਧੀ ਵਿਧਾਨ ਬਣਾਉਣੇ ਆ, ਉਹ ਤਾਂ ਅਕਾਲ ਤਖਤ ਸਾਹਿਬ ਤੋਂ ਹੀ ਬਣਨੇ ਆ। ਔਰ ਮੈਂ ਅੱਜ ਵੀ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਜੇ ਇਹੋ ਜਿਹੇ ਕੋਈ ਨਵਾਂ ਵਿਧੀ ਵਿਧਾਨ ਬਣਾਉਣਾ, ਕਿਸੇ ਕੋਲ ਚੰਗਾ ਖਰੜਾ ਹੈਗਾ ਹੈ, ਕੋਈ ਸਿਆਣੇ ਜਿਹੜੇ ਹੈਗੇ ਨੇ ਆਪਣੇ ਸਾਡੇ ਵੀਰ ਸੱਜਣ, ਕੁਝ ਵਿਦਵਾਨ ਨੇ, ਉਹ ਅੱਜ ਵੀ ਬਹਿ ਜਾਓ ਅਕਾਲ ਤਖਤ ਸਾਹਿਬ ਤੇ ਔਰ ਬਹਿ ਕੇ ਤੇ ਨਵਾਂ ਵਿਧੀ ਵਿਧਾਨ ਬਣਾ ਲਓ, ਔਰ ਉਸ ਤੋਂ ਬਾਅਦ ਫਿਰ ਚੋਣਾਂ ਜਿਹੜੀਆਂ ਨੇ ਉਹ ਚੋਣਾਂ ਤੋਂ ਬਾਅਦ ਫਿਰ ਉਹਨੂੰ ਲਾਗੂ ਕਰ ਲਿਆ ਜੀ। ਨਹੀਂ ਮਨਜੀਤ ਸਿੰਘ ਜੀ, ਪਹਿਲ ਕਿਸ ਨੂੰ ਕਰਨੀ ਪਏਗੀ? ਹੁਣ ਕੋਈ ਵੀ ਇਸ ਸਮੇਂ ਇਸ ਚਰਚਾ ਦੇ ਵਿੱਚ ਬੈਠ ਕੇ ਸੁਝਾਅ ਦੇ ਰਿਹਾ ਹੈ, ਉਹ ਸਿੱਧਾ ਅਕਾਲ ਤਖਤ ਸਾਹਿਬ ਚਲੇ ਜਾਣ। ਪਹਿਲ ਤਾਂ ਐਸਜੀਪੀਸੀ ਨੂੰ ਕਰਨੀ ਪਏਗੀ ਨਾ ਕਿ ਆਓ ਅੱਜ ਨਿਯਮੀਆਂ ਸਾਹਿਬ ਬੈਠੇ ਨੇ।